हाँ जी दोस्तों, आस करते हैं तुसीं ठीक ठाक होवोगे, चढ़दी कला ਦੇ ਵਿੱਚ ਹੋਵੋਗੇ। ਦੋਸਤੋ ਪੰਜਾਬ ਦੇ ਵਿੱਚ ਜਦੋਂ ਪੰਥਕ ਰਾਜਨੀਤੀ ਦੀ ਗੱਲ ਕਰਨੀ ਹੋਵੇ ਕਿ ਰਾਜਨੀਤੀ ਦੇ ਵਿੱਚ ਵੀ ਹੋਵੇ ਤੇ ਪੰਥ ਦੀ ਗੱਲ ਵੀ ਕਰਦਾ ਹੋਵੇ, ਐਸੀ ਪਾਰਟੀ ਕਿਹੜੀ ਹੈ ਤਾਂ ਫਿਰ ਇੱਕੋ ਪਾਰਟੀ ਨਜ਼ਰ ਆਉਂਦੀ ਹੈ ਮਾਨ ਸਾਹਿਬ ਦੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ। ਇੱਕ ਹੋਰ ਪਾਰਟੀ ਵੀ ਸੀ ਜਿਹਨੂੰ ਬਾਦਲ ਅਕਾਲੀ ਦਲ ਬਾਦਲ ਕਿਹਾ ਜਾਂਦਾ ਹੈ, ਪਰ ਉਹ ਤਾਂ ਅੱਜ ਪੰਥ ਦੇ ਵਿੱਚੋਂ ਆਪਣਾ ਰਸੂਖ ਗਵਾ ਚੁੱਕੇ ਨੇ ਕਿਉਂਕਿ ਇੱਕ ਉਹਦੇ ਵਿੱਚ ਪਰਿਵਾਰਵਾਦ ਜਿਹੜਾ ਉਹ ਭਾਰੀ ਹੋ ਗਿਆ ਤੇ ਦੂਸਰੇ ਪੰਥ ਵਿਰੋਧੀ ਫੈਸਲੇ ਜਿਹੜੇ ਲਏ ਗਏ, ਅਣਗਿਣਤ ਫੈਸਲੇ ਨੇ। ਜਦੋਂ ਗੱਲ ਕਰਨ ਲੱਗੀਏ ਤਾਂ ਲਿਸਟ ਲੰਬੀ ਹੋ ਜਾਂਦੀ ਹੈ। ਜਦੋਂ ਤੋਂ ਅਕਾਲੀ ਦਲ ਬਾਦਲ ਹੋਂਦ ਦੇ ਵਿੱਚ ਆਇਆ ਜਾਂ ਫਿਰ ਜਦੋਂ ਬਾਦਲ ਸਾਹਿਬ ਮੁੱਖ ਮੰਤਰੀ ਬਣਨੇ ਸ਼ੁਰੂ ਹੋਏ ਤਾਂ ਪਰਿਵਾਰਵਾਦ ਦੇ ਨਾਲ ਐਸੇ ਫੈਸਲੇ ਲਏ ਗਏ ਜਿਹਦੇ ਵਿੱਚ ਪੰਥਕ ਪਾਰਟੀ ਨੂੰ ਪੰਜਾਬੀ ਪਾਰਟੀ ਘੋਸ਼ਿਤ ਕਰਨਾ, ਇੱਥੋਂ ਤੱਕ ਕਿ ਤੁਸੀਂ ਦੇਖਿਆ ਹੋਣਾ ਕਿ ਸ਼ਿਵ ਸੈਨਿਕ ਸ਼ਾਮਲ ਕਰ ਲਏ ਗਏ ਪਿਛਲੇ ਸਮੇਂ ਦੇ ਵਿੱਚ ਪਾਰਟੀ 'ਚ। ਉਸ ਤੋਂ ਬਾਅਦ ਬੇਅਦਬੀਆਂ ਦਾ ਸਿਹਰਾ ਵੀ ਜਿਹੜਾ ਬਾਦਲ ਪਰਿਵਾਰ ਬਾਦਲ ਅਕਾਲੀ ਦਲ ਦੇ ਹਿੱਸੇ ਜਾਂਦਾ ਹੈ। ਫਿਰ ਮੋਰਚਿਆਂ ਤੇ ਬੈਠੇ ਹੋਏ ਸਿੰਘਾਂ ਦੇ ਉੱਤੇ ਗੋਲੀ ਚੱਲਣੀ, ਇਹ ਵੀ ਬਾਦਲ ਸਾਹਿਬ ਦੇ ਅਕਾਲੀ ਦਲ ਬਾਦਲ ਦੇ ਹਿੱਸੇ ਜਾਂਦਾ ਹੈ। ਪੰਜਾਬ ਦਾ ਡੀਜੀਪੀ ਲਾਉਣਾ ਹੋਵੇ ਤਾਂ ਉਹ ਜਿਹਨੇ ਸਿੱਖਾਂ ਦਾ ਕਤਲੇਆਮ ਕੀਤਾ ਹੋਵੇ, ਡੀਜੀਪੀ ਸੁਮੇਧ ਸੈਣੀ, ਉਹਨੂੰ ਲਾ ਦੇਣਾ, ਇਹ ਵੀ ਬਾਦਲ ਸਾਹਿਬ ਦੇ ਹਿੱਸੇ, ਅਕਾਲੀ ਦਲ ਬਾਦਲ ਦੇ ਹਿੱਸੇ ਆਉਂਦਾ ਹੈ। ਇੱਥੋਂ ਤੱਕ ਕਿ ਇਜ਼ਹਾਰ ਆਲਮ ਜਿਹੜਾ ਕਿ ਬਰਾਬਰ ਦਾ ਕਾਤਲ ਕਿਹਾ ਜਾਂਦਾ ਹੈ, ਜਿਹਦੇ ਉੱਤੇ ਬਹੁਤ ਸਾਰੇ ਸਿੱਖਾਂ ਦੇ ਕਤਲ ਦੇ ਦੋਸ਼ ਨੇ, ਉਹਨੂੰ ਵੀ ਪਾਰਟੀ ਦੇ ਵਿੱਚ ਸ਼ਾਮਲ ਕਰਨਾ, ਟਿਕਟ ਦੇਣੀ, ਸੋ ਇਹ ਵੀ ਬਾਦਲ ਸਾਹਿਬ ਦੇ ਹਿੱਸੇ ਹੀ ਆਉਂਦਾ ਹੈ। ਸੋ ਅੱਜ ਆਪਾਂ ਇਹ ਸਮਝ ਸਕਦੇ ਹਾਂ ਕਿ ਪੰਥਕ ਕਹਾਉਣ ਵਾਲੀ ਪਾਰਟੀ ਅੱਜ ਪੰਥ ਦੇ ਵਿੱਚੋਂ ਬਿਲਕੁਲ ਹੀ ਛੇਕ ਦਿੱਤੀ ਗਈ ਹੈ। ਜੇਕਰ ਆਪਾਂ ਸਮਾਜਿਕ ਤੌਰ ਤੇ ਜਾਂ ਪੰਥਕ ਤੌਰ ਤੇ ਗੱਲ ਕਰੀਏ ਤਾਂ ਇਹ ਛੇਕੀ ਹੋਈ ਪਾਰਟੀ ਹੈ ਕਿਉਂਕਿ ਅੱਜ 2-3 ਜਿਹੜੇ ਸੀਟਾਂ ਦੇ ਉੱਤੇ ਸਿਮਟ ਕੇ ਰਹਿ ਗਿਆ ਅਕਾਲੀ ਦਲ ਬਾਦਲ। ਪਿਛਲੇ ਦਿਨੀ ਵੱਡੇ ਬਾਦਲ ਹੋਰੀ ਚੜ੍ਹਾਈ ਕਰ ਗਏ ਆ। ਸੋ ਅੱਜ ਅਕਾਲੀ ਦਲ ਬਾਦਲ ਆਪਣਾ ਫਿਊਚਰ ਭਵਿੱਖ ਤਲਾਸ਼ ਰਿਹਾ ਹੈ। ਸੋ ਪਰਿਵਾਰਵਾਦ ਅਤੇ ਪੰਥ ਵਿਰੋਧੀ ਕਾਰਵਾਈਆਂ ਗਤੀਵਿਧੀਆਂ ਕਾਰਨ ਇਹ ਸਾਰਾ ਹਸ਼ਰ ਜਿਹੜਾ ਹੋਇਆ। ਉਸ ਤੋਂ ਬਾਅਦ ਹੁਣ ਜਿਹੜੀ ਗੱਲ ਮੈਂ ਕਰ ਰਿਹਾ ਸੀਗਾ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਹੁਣ ਥੋੜੀ ਜਿਹੀ ਕੌੜੀ ਗੱਲ ਆਪਾਂ ਨੂੰ ਲੱਗੇਗੀ, ਪਰ ਅੱਜ ਸਵਾਲ ਇਹ ਪੈਦਾ ਹੁੰਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੀ ਕਿਤੇ ਬਾਦਲ ਅਕਾਲੀ ਦਲ ਦੀਆਂ ਲੀਹਾਂ ਤੇ ਤਾਂ ਨਹੀਂ ਚੱਲ ਪਿਆ। ਇਹਦੇ ਮੈਂ ਕਾਰਨ ਤੁਹਾਨੂੰ ਦੱਸਾਂਗਾ। ਕਾਰਨ ਇਹ ਹੋਇਆ ਕਿਉਂ ਸਾਨੂੰ ਇਹ ਸਵਾਲ ਜਿਹੜੇ ਨੇ ਉਹ ਅੱਜ ਚੁੱਕਣੇ ਪੈ ਰਹੇ ਆ। ਪਰ ਮੈਂ ਇਹ ਵੀਡੀਓ ਦੀ ਸ਼ੁਰੂਆਤ ਦੇ ਵਿੱਚ ਹੀ ਕਹਿ ਦਿੰਦਾ ਕਿ ਸਾਡਾ ਕੋਈ ਇਰਾਦਾ ਨਹੀਂ ਹੈ ਕਿ ਪੰਥਕ ਰਾਜਨੀਤਿਕ ਪਾਰਟੀ ਦੇ ਵਿਰੋਧ ਦੇ ਵਿੱਚ ਕੋਈ ਵੀ ਕਿਸੇ ਤਰ੍ਹਾਂ ਦੀ ਗੱਲਬਾਤ ਬਿਆਨਬਾਜ਼ੀ ਕੀਤੀ ਜਾਵੇ। ਪਰ ਜਦੋਂ ਕੁਝ ਇਸ ਤਰ੍ਹਾਂ ਦੀਆਂ ਐਕਟੀਵਿਟੀਜ਼ ਗਤੀਵਿਧੀਆਂ ਹੁੰਦੀਆਂ, ਉਹਦੇ ਉੱਤੇ ਨਾ ਬੋਲਣਾ ਵੀ ਜਿਹੜਾ ਹੈ ਉਹ ਵੀ ਸਹੀ ਨਹੀਂ, ਉਹ ਵੀ ਇੱਕ ਪੱਤਰਕਾਰੀ ਦੇ ਉੱਤੇ ਧੱਬਾ ਹੁੰਦਾ ਹੈ। ਸੋ ਜੇ ਅਸੀਂ ਹਮੇਸ਼ਾ ਪੰਥਕ ਪੱਤਰਕਾਰੀ ਕਰਦੇ ਹਾਂ ਤਾਂ ਅੱਜ ਸਾਡਾ ਫਰਜ਼ ਬਣਦਾ ਹੈ ਜੇਕਰ ਕੁਝ ਇਸ ਤਰ੍ਹਾਂ ਦੀਆਂ ਐਕਟੀਵਿਟੀਜ਼ ਇਸ ਪਾਰਟੀ ਦੇ ਵਿੱਚ ਹੁੰਦੀਆਂ ਤਾਂ ਉਹਦੇ ਵਿੱਚ ਵੀ ਹਲੂਣਾ ਦਿੱਤਾ ਜਾਵੇ ਕਿ ਆਖਰ ਤੁਸੀਂ ਵੀ ਉਹਨਾਂ ਲੀਹਾਂ ਦੇ ਉੱਤੇ ਨਾ ਚੱਲ ਪਾਓ ਜਿੱਥੇ ਅੱਜ ਸੁਖਬੀਰ ਬਾਦਲ ਹੋਰੀ ਪਹੁੰਚ ਚੁੱਕੇ ਨੇ, ਮਜੀਠੀਆ ਸਾਹਿਬ ਪਹੁੰਚ ਚੁੱਕੇ ਨੇ, ਹਰਸਿਮਰਤ ਕੌਰ ਬਾਦਲ ਪਹੁੰਚ ਚੁੱਕੀ ਹੈ। ਹੋਇਆ ਕੀ ਹੈ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਵੱਡੇ ਕਦਵਾਰ ਲੀਡਰ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਜਿਹਨਾਂ ਨੂੰ ਕਿਹਾ ਜਾਂਦਾ ਹੈ, ਉਹ ਪਿਛਲੇ ਦਿਨੀ ਅਸਤੀਫਾ ਦੇ ਗਏ। ਹਾਲੇ ਤੱਕ ਅਸਤੀਫਾ ਮਨਜ਼ੂਰ ਤਾਂ ਨਹੀਂ ਕੀਤਾ ਗਿਆ ਮਾਨ ਸਾਹਿਬ ਵੱਲੋਂ, ਪਰ ਉਹ ਅਸਤੀਫਾ ਦਿੱਤਾ ਗਿਆ ਭਰੇ ਮਨ ਦੇ ਨਾਲ, ਅੱਖਾਂ 'ਚੋਂ ਹੰਝੂ ਵਹਾ ਕੇ। ਤੇ ਉਹ ਜੇ 2 ਪੇਜਾਂ ਦਾ ਅਸਤੀਫਾ ਪੜ੍ਹਦੇ ਆ ਤਾਂ ਉਹਦੇ ਵਿੱਚ ਸਾਫ਼ ਝਲਕਦਾ ਹੈ ਕਿ ਜਸਕਰਨ ਸਿੰਘ ਹੋਰਾਂ ਨੂੰ ਖੁੱਡੇ ਲਾਈਨ ਲਾਇਆ ਗਿਆ ਹੌਲੀ ਹੌਲੀ। ਕਾਹਨ ਸਿੰਘ ਵਾਲਾ ਨੇ ਇੱਕ ਇੰਟਰਵਿਊ ਦੇ ਵਿੱਚ ਜਿਹੜੀ ਕਾਰਨ ਦੱਸਿਆ, ਉਹਨਾਂ ਨੇ ਤਾਂ ਦੱਸਿਆ ਕਿ ਲੇਟੈਸਟ ਘਟਨਾ ਹੋਈ ਹੈ, ਯਾਨੀ ਕਿ 1 ਮਹੀਨੇ ਦੇ ਵਿੱਚ ਘਟਨਾ ਜਿਹੜੀ ਹੋਈ ਹੈ ਉਹਦੇ ਕਰਕੇ ਉਹ ਅਸਤੀਫਾ ਦੇ ਰਹੇ ਨੇ। ਪਰ ਇੱਕ ਪੱਤਰਕਾਰ ਦੇ ਤੌਰ ਤੇ ਵਿਚਰਦਿਆਂ ਮੈਂ ਲੰਬੇ ਸਮੇਂ ਤੋਂ ਇਹ ਚੀਜ਼ਾਂ ਨੋਟ ਕਰ ਰਿਹਾ ਕਿ ਕਾਹਨ ਸਿੰਘ ਵਾਲਾ ਹੋਰੀ ਜਿਹੜੇ ਨੇ ਉਹ ਪਾਰਟੀ ਦੀਆਂ ਸਰਗਰਮੀਆਂ ਦੇ ਵਿੱਚੋਂ ਲੰਬੇ ਸਮੇਂ ਤੋਂ ਗਾਇਬ ਨੇ। ਤਕਰੀਬਨ ਆਪਾਂ 2 ਸਾਲ ਮੰਨ ਕੇ ਚੱਲੀਏ ਕਿ ਪਿਛਲੇ 2 ਸਾਲ ਤੋਂ ਉਹ ਨਜ਼ਰ ਨਹੀਂ ਆਉਂਦੇ। ਚਾਹੇ ਜੰਮੂ ਕਸ਼ਮੀਰ ਵਾਲਾ ਮਸਲਾ ਹੋਵੇ, ਕਿਤੇ ਮੋਰਚਾ ਲਾਇਆ ਹੋਵੇ, ਜਾਂ ਫਿਰ ਮਾਨ ਸਾਹਿਬ ਕਿਤੇ ਬਾਹਰ ਸੈਰ ਕਰਨ, ਸੈਰ ਸਪਾਟੇ ਦੇ ਉੱਤੇ ਗਏ ਹੋਣ, ਹੋਰ ਕੋਈ ਵੀ ਪਾਰਟੀ ਦੀ ਸਰਗਰਮੀ ਹੈ ਤਾਂ ਕਾਹਨ ਸਿੰਘ ਵਾਲਾ ਗਰਾਊਂਡ ਤੋਂ ਗਾਇਬ ਨੇ। ਉਹਦੇ ਕਾਰਨ ਚਾਹੇ ਅੱਗੇ ਜਾ ਕੇ ਆਪਾਂ ਡਿਸਕਸ ਕਰਾਂਗੇ ਕਿ ਕੀ ਹੋ ਸਕਦੇ ਆ, ਪਰ ਜਸਕਰਨ ਸਿੰਘ ਹੋਰਾਂ ਦਾ ਇਹ ਕਹਿਣਾ ਕਿ ਪਿਛਲੇ ਦਿਨੀ ਘਟਨਾ ਦੇ ਕਰਕੇ ਉਹਨਾਂ ਨੇ ਅਸਤੀਫਾ ਦਿੱਤਾ ਹੈ, ਉਹ ਵੀ ਮੈਂ ਤੁਹਾਨੂੰ ਦੱਸ ਦਿੰਦਾ। ਕਾਹਨ ਸਿੰਘ ਵਾਲਾ ਇੰਟਰਵਿਊ ਦੇ ਵਿੱਚ ਕਹਿੰਦੇ ਨੇ ਕਿ ਪਿਛਲੇ ਦਿਨੀ ਉਹਨਾਂ ਨੇ ਇੱਕ ਮੀਟਿੰਗ ਅਟੈਂਡ ਕੀਤੀ ਸੀ ਜੋ ਕਿ ਪਾਰਟੀ ਨੂੰ ਚੰਗੀ ਨਹੀਂ ਲੱਗੀ ਕਿ ਤੁਸੀਂ ਉਹ ਮੀਟਿੰਗ ਕਿਉਂ ਅਟੈਂਡ ਕੀਤੀ। ਮੈਨੂੰ ਨੋਟਿਸ ਭੇਜ ਦਿੱਤਾ ਗਿਆ ਜਵਾਬ ਦੇ ਤਲਬੀ ਕਰਨ ਵਾਸਤੇ। ਉਸ ਤੋਂ ਬਾਅਦ ਕਿਹਾ ਗਿਆ ਕਿ ਇੰਨੀ ਤਰੀਕ ਨੂੰ ਤੁਸੀਂ ਪਾਰਟੀ ਦੇ ਦਫ਼ਤਰ ਵਿੱਚ ਪਹੁੰਚੋ, ਤੁਹਾਡੀ ਕਲਾਸ ਲੱਗੇਗੀ ਜਾਂ ਫਿਰ ਤੁਹਾਨੂੰ ਜਿਵੇਂ ਆਮ ਆਪਾਂ ਕਿਹਾ ਜਾਂਦਾ ਕਿ ਤੁਹਾਨੂੰ ਲਾਈਨ ਹਾਜ਼ਰ ਕੀਤਾ ਜਾਊਗਾ, ਤੁਹਾਡੇ ਨਾਲ ਗੱਲਬਾਤ ਜਿਹੜੀ ਪੁੱਛੀ ਜਾਏਗੀ, ਸਵਾਲ ਜਵਾਬ ਹੋਣਗੇ। ਸੋ ਕਾਹਨ ਸਿੰਘ ਵਾਲਾ ਕਹਿੰਦੇ ਨੇ ਕਿ ਮੈਂ ਉਸ ਤੋਂ ਪਹਿਲਾਂ ਆਪਣਾ ਅਸਤੀਫਾ ਦੇ ਦਿੱਤਾ ਕਿ ਮੇਰੀ 34 ਸਾਲ ਦੀ ਪਾਰਟੀ ਦੇ ਨਾਲ ਇਮਾਨਦਾਰੀ ਜਿਹੜੀ ਸੀ ਉਹਨੂੰ ਦਰਕਿਨਾਰ ਕਰ ਦਿੱਤਾ ਗਿਆ। ਮਤਲਬ ਇੱਕ ਘਟਨਾ ਨੇ ਇੱਥੋਂ ਤੱਕ ਪਹੁੰਚਾ ਦਿੱਤਾ ਕਿ ਅਸਤੀਫਾ ਦੇਣਾ ਪੈ ਜੇ, ਕਿਤੇ ਵੀ ਮੰਨਣ ਦੇ ਵਿੱਚ ਨਹੀਂ ਆਉਂਦਾ। ਇੱਕ ਤੋਂ ਜ਼ਿਆਦਾ ਯਾਨੀ ਕਿ ਮਲਟੀਪਲ ਕੁਝ ਇਸ ਤਰ੍ਹਾਂ ਦੀਆਂ ਜਿਹੜੀਆਂ ਨੈਗੇਟਿਵਿਟੀਜ਼ ਜਿਹੜੀਆਂ ਪਾਰਟੀ ਦੇ ਵਿੱਚ ਹੋਈਆਂ, ਜਿਹੜੀਆਂ ਨੈਗੇਟਿਵ ਐਕਟੀਵਿਟੀਜ਼ ਹੋਈਆਂ, ਉਹਦੇ ਕਾਰਨ ਅੱਜ ਨੌਬਤ ਆਈ ਹੈ ਕਿ ਜਸਕਰਨ ਸਿੰਘ ਹੋਰੀ ਪਾਰਟੀ ਛੱਡਣ ਨੂੰ ਤਿਆਰ ਬੈਠੇ ਨੇ।
ਉਹਨਾਂ ਨੇ ਜਦੋਂ ਅਸਤੀਫਾ ਦਿੱਤਾ ਤਾਂ ਭਰਿਆ ਹੋਇਆ ਮਨ, ਅੱਖਾਂ ਦੇ ਵਿੱਚ ਉਹਨਾਂ ਦੇ ਹੰਝੂ ਸੀ। ਤੇ 2 ਪੇਜਾਂ ਦੇ ਵਿੱਚ ਇਹ ਵੀ ਕਿਹਾ ਗਿਆ, ਇੱਕ ਖਾਸ ਪੁਆਇੰਟ ਜਿਹੜਾ ਮੈਂ ਨੋਟ ਕੀਤਾ ਹੈ ਕਿ ਜਿਹੜੇ ਲੋਕ ਚਾਹੁੰਦੇ ਸੀ ਕਿ ਮੈਂ ਪਾਰਟੀ ਚੋਂ ਬਾਹਰ ਹੋ ਜਾ ਤੇ ਅੱਜ ਖੁਸ਼ੀ ਮਨਾ ਲਓ, ਮੈਂ ਪਾਰਟੀ ਛੱਡ ਰਿਹਾ। ਮਤਲਬ ਕਿ ਪਾਰਟੀ ਦੇ ਵਿੱਚ ਖਿੱਚੋਤਾਣ ਲੰਬੇ ਸਮੇਂ ਤੋਂ ਚੱਲਦੀ ਆ ਰਹੀ ਸੀ। ਜੇਕਰ ਸੂਤਰਾਂ ਦੀ ਗੱਲ ਕਰੀਏ, ਮੈਂ ਭਾਰਤੀ ਮੀਡੀਆ ਵਾਂਗੂ ਜਾਂ ਫਿਰ ਹੋਰਨਾਂ ਮੀਡੀਆ ਵਾਂਗ ਇਹ ਸ਼ਬਦ ਵਰਤਣਾ ਤੇ ਨਹੀਂ ਚਾਹੁੰਦਾ, ਪਰ ਸੂਤਰਾਂ ਦੇ ਹਵਾਲੇ ਤੋਂ ਮੇਰੇ ਤੱਕ ਵੀ, ਯਾਨੀ ਕਿ ਸਾਡੇ ਤੱਕ ਵੀ ਇਹ ਖਬਰਾਂ ਪਹੁੰਚੀਆਂ ਕਿ ਦਰਾਰ ਜਿਹੜੀ ਉਹ ਲੰਬੇ ਸਮੇਂ ਤੋਂ ਚੱਲੀ ਆ ਰਹੀ ਸੀ, ਜਿਸ ਦੇ ਸਿੱਟੇ ਵਜੋਂ ਜਸਕਰਨ ਸਿੰਘ ਹੋਰੀ ਪਾਰਟੀ ਛੱਡ ਗਏ ਨੇ। ਹੁਣ ਮੈਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਨਾਲ ਇਸ ਗੱਲ ਨੂੰ ਰਿਲੇਟ ਕਰਾਂਗਾ ਕਿ ਕਿਤੇ ਅੱਜ ਪਾਰਟੀ ਦੇ ਵਿੱਚ ਤਰੇੜਾਂ ਉਸੇ ਕਰਕੇ ਤਾਂ ਨਹੀਂ ਆ ਰਹੀਆਂ ਕਿ ਜਿਵੇਂ ਬਾਦਲ ਸਾਹਿਬ ਦੇ ਹੁੰਦਿਆਂ ਪਰਿਵਾਰਵਾਦ ਜਿਹੜਾ ਹੈ ਉਹ ਭਾਰੂ ਪੈ ਗਿਆ ਸੀ। ਮਤਲਬ ਮੇਰੇ ਕਹਿਣ ਦਾ ਕਿ ਕਿਤੇ ਅੱਜ ਪਰਿਵਾਰਵਾਦ ਇਸੇ ਪਾਰਟੀ ਦੇ ਵਿੱਚ, ਜਿਹੜੀ ਪੰਥਕ ਪਾਰਟੀ ਹੈ, ਉਹਦੇ ਵਿੱਚ ਹਾਵੀ ਤਾਂ ਨਹੀਂ ਹੁੰਦਾ ਜਾ ਰਿਹਾ, ਜਿਹਦੇ ਕਾਰਨ ਵੱਡੇ ਕੱਦਵਾਰ ਲੀਡਰ ਜਿਹੜੇ ਨੇ ਉਹਨਾਂ ਨੂੰ ਇਗਨੋਰ ਕੀਤਾ ਜਾ ਰਿਹਾ, ਉਹਨਾਂ ਨੂੰ ਬਾਹਰ ਦਾ ਰਸਤਾ ਦਿਖਾ ਕੇ। ਤਾਂ ਰਿਸ਼ਤੇਦਾਰ ਕੋਈ ਵੀ ਹੋਵੇ, ਜਿਹੜਾ ਮੈਂ ਤਾਂ ਇਹ ਗੱਲ ਕਹਿਣਾ ਹੁੰਦਾ ਕਿ ਬੰਦਾ ਕਾਬਲ ਹੋਣਾ ਚਾਹੀਦਾ, ਉਹ ਭਾਵੇਂ ਰਿਸ਼ਤੇਦਾਰ ਹੀ ਕਿਉਂ ਨਾ ਹੋਵੇ। ਇਹ ਵੀ ਇੱਕ ਗੱਲ ਆ ਜਾਂਦੀ ਹੈ। ਹੁਣ ਜਦੋਂ ਆਪਾਂ ਗੱਲ ਕਰਦੇ ਹਾਂ ਬਾਦਲ ਸਾਹਿਬ ਦੀ, ਤਾਂ ਉਹਨਾਂ ਨੇ ਆਪਣੇ ਜੇਕਰ ਮੁੰਡੇ ਨੂੰ, ਆਪਣੇ ਪੁੱਤਰ ਨੂੰ, ਸੁਖਬੀਰ ਬਾਦਲ ਨੂੰ ਜੇਕਰ ਪਾਰਟੀ ਦੇ ਵਿੱਚ ਲਿਆਂਦਾ ਹੈ, ਜੇ ਉਹ ਕਾਬਲ ਹੋਣ ਤਾਂ ਫਿਰ ਤਾਂ ਕੋਈ ਗੱਲ ਨਹੀਂ। ਜੇਕਰ ਕਾਬਲੀਅਤ ਤੋਂ ਬਿਨਾਂ ਵੱਡੇ ਕੱਦਵਾਰ ਲੀਡਰ ਬਾਹਰ ਕੱਢ ਕੇ ਤੇ ਆਪਣੇ ਬੱਚਿਆਂ ਨੂੰ, ਆਪਣੇ ਰਿਸ਼ਤੇਦਾਰਾਂ ਨੂੰ, ਆਪਣੇ ਹੋਰ ਜਿਹੜੇ ਸਾਂਢੂ ਜਾਂ ਫਿਰ ਜੀਜੇ ਸਾਲੇ, ਉਹਨਾਂ ਨੂੰ ਪਾਰਟੀ ਦੇ ਵਿੱਚ ਲਿਆਂਦਾ ਜਾਵੇ ਤਾਂ ਫਿਰ ਉਹ ਮਾੜੀ ਗੱਲ ਹੁੰਦੀ ਹੈ। ਉਹ ਪਾਰਟੀ ਫਿਰ ਇੱਕ ਨਾ ਇੱਕ ਦਿਨ ਟੁੱਟਣੀ ਹੁੰਦੀ ਹੈ। ਸੋ ਹੁਣ ਜਦੋਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਗੱਲ ਕਰਦੇ ਆ ਤਾਂ ਸੇਮ ਕਿਤੇ ਨਾ ਕਿਤੇ ਕੰਡੀਸ਼ਨ ਜਾਂ ਸਿਚੁਏਸ਼ਨ ਜਿਹੜੀ ਹੈ ਉਹ ਉਸੇ ਤਰ੍ਹਾਂ ਦੀ ਹੀ ਨਜ਼ਰ ਆਉਂਦੀ ਹੈ ਜਿਵੇਂ ਅਕਾਲੀ ਦਲ ਬਾਦਲ ਦੀ ਸੀ। ਕਿਉਂ? ਉਹਦੇ ਵਿੱਚ ਕਾਰਨ ਹੁਣ ਜਿਹੜੇ ਮੈਂ ਦੱਸ ਰਿਹਾ ਤੁਹਾਨੂੰ ਕਿ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਪਿਛਲੇ 34 ਸਾਲ ਤੋਂ ਪਾਰਟੀ ਦੇ ਨਾਲ ਸੇਵਾਵਾਂ ਨਿਭਾ ਰਹੇ ਨੇ ਤੇ ਜੋ ਪਿਛਲੇ 1.5 ਸਾਲ ਤੋਂ ਗਾਇਬ ਨੇ। ਕਿਉਂ ਗਾਇਬ ਨੇ? ਇਹ ਸਵਾਲ ਹੈ। ਇਹ ਸਵਾਲ ਦਾ ਜਵਾਬ ਜਿਹੜੇ ਹੈ ਸਹੀ ਤਰੀਕੇ ਦੇ ਨਾਲ ਪਾਰਟੀ ਦੇ ਮੈਂਬਰ ਹੀ ਦੇ ਸਕਦੇ ਨੇ, ਪਰ ਜੋ ਗੱਲਾਂ ਬਾਤਾਂ ਬਾਹਰ ਨਿਕਲਦੀਆਂ, ਜੋ ਇਹ ਸਾਰੀ ਗੱਲਬਾਤ ਆਉਂਦੀ ਹੈ, ਉਹਦੇ ਵਿੱਚ ਇਹ ਹੈ ਕਿ ਪਰਿਵਾਰਵਾਦ ਕਿਤੇ ਨਾ ਕਿਤੇ ਮਾਨ ਸਾਹਿਬ ਦੀ ਪਾਰਟੀ ਦੇ ਵਿੱਚ ਵੀ ਭਾਰੀ ਪੈ ਰਿਹਾ ਹੈ। ਮਤਲਬ ਕਿ ਪਰਿਵਾਰਵਾਦ ਜਦੋਂ ਆ ਜਾਂਦਾ ਫਿਰ ਵੱਡੇ ਕੱਦਵਾਰ ਲੀਡਰ ਦਿਖਣ ਦੀ ਬਜਾਏ ਇਹ ਦਿਖਦਾ ਕਿ ਮੇਰਾ ਪਰਿਵਾਰ ਜਿਹੜਾ ਹੈ ਉਹ ਇਸ ਪਾਰਟੀ ਦੀ ਕਮਾਂਡ ਸੰਭਾਲੇ। ਮੈਂ ਜਨਰਲ ਗੱਲ ਕਰ ਰਿਹਾ, ਇਸ ਪਾਰਟੀ ਦੀ ਨਹੀਂ, ਕਿ ਆਪਣੇ ਪਰਿਵਾਰ ਦੇ ਵਿੱਚ ਹੀ ਅਹੁਦੇਦਾਰੀਆਂ, ਪ੍ਰਧਾਨਗੀਆਂ ਰੱਖੀਆਂ ਜਾਣ ਕਿ ਕਿਤੇ ਪਰਿਵਾਰ ਦੇ ਵਿੱਚੋਂ ਨਿਕਲ ਕੇ ਪ੍ਰਧਾਨਗੀ ਬਾਹਰ ਨਾ ਚਲੀ ਜਾਵੇ। ਕਿਤੇ ਇਹ ਡਰ ਤਾਂ ਨਹੀਂ ਮਾਨ ਸਾਹਿਬ ਨੂੰ? ਸੋ ਇਹ ਸਵਾਲ ਹੈ। ਤੇ ਜੇਕਰ ਇਸ ਤਰ੍ਹਾਂ ਹੈ ਤਾਂ ਫਿਰ ਇਹ ਪੰਥ ਦੀ ਗੱਲ ਨਹੀਂ ਹੋ ਸਕਦੀ ਇਸ ਪਾਰਟੀ ਦੇ ਵਿੱਚ। ਅੱਜ ਕਰੜੇ ਸ਼ਬਦਾਂ ਦੇ ਵਿੱਚ ਮਾਫ ਕਰਨਾ ਕਹਿ ਰਹੇ ਹਾਂ ਕਿਉਂਕਿ ਇਹ ਦੀਪ ਸਿੱਧੂ ਦੀ ਜਾਣ ਦੇ ਇਹ ਆਪਾਂ ਕਹਿ ਲਈਏ ਕਿ ਉਸ ਤੋਂ ਬਾਅਦ ਜਿਹੜੀ ਹੈ ਚਰਚਾ ਦੇ ਵਿੱਚ ਆਈ ਹੋਈ ਪਾਰਟੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਹੈ। ਤੁਸੀਂ ਦੇਖਿਆ ਹੋਣਾ ਮਾਨ ਸਾਹਿਬ ਬਹੁਤ ਲੰਬੇ ਵਕਫੇ ਬਾਅਦ MP ਬਣ ਕੇ ਤੇ ਅੱਜ ਕਿੱਥੇ ਬੈਠੇ ਹੋਏ ਨੇ ਨੈਸ਼ਨਲ ਲੈਵਲ ਦੇ ਉੱਤੇ। ਉਹਦੇ ਪਿੱਛੇ ਬਹੁਤ ਵੱਡੀ ਦੀਪ ਸਿੱਧੂ ਹੋਰਾਂ ਦੀ ਦੇਣ ਹੈ। ਜੇ ਅੱਜ ਇਹ ਕਿਹਾ ਜਾਵੇ ਪਾਰਟੀ ਵੱਲੋਂ ਕਿ ਕੋਈ ਸਾਡੇ ਤੇ ਸਵਾਲ ਨਹੀਂ ਚੁੱਕ ਸਕਦਾ ਤਾਂ ਇਹ ਗੱਲ ਬਿਲਕੁਲ ਗਲਤ ਹੈ। ਕਿਉਂਕਿ ਸਾਡਾ ਨੌਜਵਾਨ ਵੀਰ ਦੀਪ ਸਿੱਧੂ ਜਿਹੜਾ ਹੈ ਉਹ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਲਈ ਪ੍ਰਚਾਰ ਕਰਦਾ ਹੋਇਆ ਆਪਣੀ ਜਾਨ ਦੇ ਕੇ ਗਿਆ। ਸੋ ਇਹ ਕਿਹਾ ਜਾਣਾ ਕਿ ਸਵਾਲ ਨਹੀਂ ਉੱਠ ਸਕਦੇ ਜਾਂ ਫਿਰ ਇਹ ਸਵਾਲ ਕਿਉਂ ਚੁੱਕੇ ਜਾਂਦੇ ਨੇ ਤਾਂ ਇਹ ਬਿਲਕੁਲ ਗਲਤ ਹੋਏਗਾ। ਸਵਾਲ ਚੁੱਕੇ ਜਾਣਗੇ ਕਿਉਂਕਿ ਇੱਕ ਹੋਰ ਜਿਹੜੀ ਘਟਨਾ ਹੈ, ਕਿਉਂਕਿ ਪਿਛਲੇ ਸਮੇਂ ਦੇ ਵਿੱਚ ਆਪਾਂ ਦੇਖਿਆ ਕਿ ਨੌਜਵਾਨੀ ਨੇ ਹੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਿਹੜੀ ਆ ਦੁਬਾਰਾ ਖੜੀ ਕੀਤੀ ਹੈ, ਸਟੈਂਡ ਕੀਤੀ ਹੈ। ਤੇ ਜੇ ਅੱਜ ਆਪਣੇ ਨਿੱਜੀ ਹਿੱਤਾਂ ਕਾਰਨ ਉਹ ਸਾਰੀਆਂ ਕੁਰਬਾਨੀਆਂ ਦਰਕਿਨਾਰ ਕਰ ਦਿੱਤੀਆਂ ਜਾਣ ਕਿ ਪਰਿਵਾਰਵਾਦ ਹੋਵੇ ਜਾਂ ਕੋਈ ਹੋਰ, ਮਤਲਬ ਮੈਂ ਤਾਂ ਅਕਸਰ ਇਹ ਗੱਲ ਨੋਟ ਕਰਦਾ ਹੁੰਦਾ। ਇਹ ਗੱਲ ਨੂੰ ਆਪਾਂ ਸਾਈਡ ਤੇ ਵੀ ਰੱਖ ਦਈਏ, ਇਹ ਜੋ ਘਟਨਾ ਹੋਈ ਹੈ ਜਸਕਰਨ ਸਿੰਘ ਹੋਰਾਂ ਵਾਲੀ। ਇਸ ਤੋਂ ਇਲਾਵਾ ਵੀ ਮੈਂ ਗੱਲ ਕਰਦਾ ਹੁੰਦਾ ਕਿ ਪਾਰਟੀ ਦੇ ਵਿੱਚ ਮਾਨ ਸਾਹਿਬ ਤੋਂ ਇਲਾਵਾ ਕੋਈ ਦੂਸਰਾ ਚਿਹਰਾ ਨਜ਼ਰ ਕਿਉਂ ਨਹੀਂ ਆਇਆ ਕਦੇ? ਇਹ ਸਵਾਲ ਨੇ, ਕਿਉਂ ਨਹੀਂ ਨਜ਼ਰ ਆਇਆ? ਆਖਰ ਕੋਈ ਬੁਲਾਰਾ ਨਹੀਂ ਹੈ, ਕੋਈ ਐਡਾ ਕਾਬਲ ਨਹੀਂ ਹੈ ਜੋ ਇੱਕ ਚਿਹਰਾ ਮੋਹਰਾ ਬਣ ਕੇ ਅੱਗੇ ਆ ਸਕੇ। ਮਾਨ ਸਾਹਿਬ ਬਜ਼ੁਰਗ ਨੇ, ਬੜੇ ਉਹਨਾਂ ਦੀਆਂ ਕੁਰਬਾਨੀਆਂ ਨੇ, ਜਿਵੇਂ ਉਹਨਾਂ ਨੇ ਅਸਤੀਫੇ ਦਿੱਤੇ, ਆਪਣੇ ਨੌ ਤੱਕ ਖਿਚਾ ਲਏ, ਬੜੀ ਉਹਨਾਂ ਨੇ ਤਸ਼ੱਦਦ ਝੱਲਿਆ, ਹੋਰ ਬਹੁਤ ਸਾਰਾ ਕੁਝ ਜਿਹੜਾ ਉਹ ਕਰਦੇ ਆਏ ਨੇ। ਕੁਰਬਾਨੀ ਨੂੰ ਸਲਾਮ ਹੈ, ਅਸੀਂ ਇਹ ਵੀ ਕਹਿੰਦੇ ਆ ਕਿ ਉਹਨਾਂ ਦੀ ਕੁਰਬਾਨੀ ਬਹੁਤ ਵੱਡੀ ਹੈ। ਪਰ ਕੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਕੋਈ ਹੋਰ ਚਿਹਰਾ ਨਾਲ ਜਿਹੜਾ ਹੈ ਉਹ ਪੈਦਾ ਨਹੀਂ ਕਰ ਸਕੀ? ਕਿਉਂ ਨਹੀਂ ਕਰ ਸਕੀ? ਜੇਕਰ ਸੀ ਤਾਂ ਫਿਰ ਉਹ ਅੱਗੇ ਕਿਉਂ ਨਹੀਂ ਆਏ? ਕਿਤੇ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਜਿਹੜੇ ਨੇ, ਮੈਂ ਇੱਕ ਉਹਨਾਂ ਨੂੰ ਵਧੀਆ ਬੁਲਾਰੇ ਮੰਨਦਾ,
ਸਾਡੀ ਕੋਈ ਸਾਂਝ ਨਹੀਂ ਹੈ। ਇੱਕ ਵਿਅਕਤੀਗਤ ਤੌਰ ਦੇ ਉੱਤੇ ਆਪਾਂ ਜਦੋਂ ਗੱਲ ਕਰਦੇ ਹਾਂ ਤੇ ਇੱਕ ਵਧੀਆ ਬੁਲਾਰੇ ਨੇ, ਡਟ ਕੇ ਗੱਲ ਕਰਨ ਵਾਲਾ ਉਹ ਸ਼ਖਸ ਹੈ ਜਸਕਰਨ ਸਿੰਘ। ਉਸ ਤੋਂ ਬਾਅਦ ਪ੍ਰੋਫੈਸਰ ਮਹਿੰਦਰਪਾਲ ਸਿੰਘ ਬਹੁਤ ਸੁਲਝੇ ਹੋਏ ਇਨਸਾਨ ਨੇ ਤੇ ਉਹ ਪਾਰਟੀ ਨੂੰ ਰਨ ਕਰਦੇ ਨੇ। ਪਰ ਕੀ ਆਪਾਂ ਦੇਖਦੇ ਹਾਂ ਕਿ ਹਰ ਵਾਰ ਜਦੋਂ ਚੋਣਾਂ ਹੁੰਦੀਆਂ ਨੇ ਤੇ ਹਰ ਇੱਕ ਜ਼ਿਲ੍ਹੇ ਦੇ ਵਿੱਚੋਂ ਆਪਣੇ ਆਪਣੇ ਕੈਂਡੀਡੇਟ ਖੜੇ ਕੀਤੇ ਜਾਂਦੇ ਨੇ, ਪਰ ਉਹ ਜਿੱਤਦੇ ਨਹੀਂ। ਮਤਲਬ ਕਿ ਉਹ ਕੋਈ ਜਿਹੜੇ ਉਹ ਸਕਸੈਸਫੁਲ ਨਹੀਂ ਹੁੰਦੇ ਹੈਗੇ, ਬਹੁਤ ਘੱਟ ਵੋਟਾਂ ਜ਼ਮਾਨਤ ਤੱਕ ਜ਼ਬਤ ਹੋ ਜਾਂਦੀ ਹੈ। ਸੋ ਇਹਦੇ ਵਿੱਚ ਹੁਣ ਸਵਾਲ ਬਹੁਤ ਵੱਡੇ ਆ ਜਾਂਦੇ ਨੇ। ਮੈਂ ਬਹੁਤ ਵਾਰ ਨਾ ਜਿਹੜੇ ਸਾਡੇ ਐਨਾਲਿਸਟ ਨੇ ਜਾਂ ਫਿਰ ਜਿਹੜੇ ਵਿਦਵਾਨ ਨੇ ਉਹਨਾਂ ਦੇ ਨਾਲ ਵੀ ਇੰਟਰਵਿਊਜ਼ ਕਰਦਾ ਹੁੰਦਾ ਤੇ ਕਈਆਂ ਦਾ, ਮੈਂ ਨਾਮ ਲਏ ਤੋਂ ਬਿਨਾਂ ਇਹ ਗੱਲ ਅੱਜ ਕਰਨ ਲੱਗਿਆ ਕਿ ਕਈਆਂ ਦਾ ਇਹ ਸ਼ਿਕਵਾ ਹੁੰਦਾ ਹੈ ਕਿ ਮਾਨ ਸਾਹਿਬ ਜਿਹੜਾ ਹੈ, ਮਾਨ ਸਾਹਿਬ ਨੇ ਜੋ ਉਹ ਮਤਲਬ ਕਿ ਚਾਹੁੰਦੇ ਨੇ ਕਿ ਉਹ ਹੀ ਜਿਹੜਾ ਚਿਹਰਾ ਮੋਹਰਾ ਹੋਣ ਪਾਰਟੀ ਦਾ। ਤੇ ਬਹੁਤ ਵਾਰ ਇਸ ਤਰ੍ਹਾਂ ਹੁੰਦਾ ਕਿ ਮਾਨ ਸਾਹਿਬ ਮਾੜੀ ਮੋਟੀ ਗੱਲ ਦੇ ਉੱਤੇ ਝਿੜਕਾਂ ਤੱਕ ਜਿਹੜੀਆਂ ਉਹ ਦੇ ਦਿੰਦੇ ਨੇ ਕਈ ਵਾਰ ਲੋਕਾਂ ਨੂੰ, ਜਿਹੜੇ ਉਹਨਾਂ ਦੇ ਪਾਰਟੀ ਦੇ ਮੈਂਬਰ ਹੈਗੇ ਆ, ਜਿਹੜੇ ਕੋਈ ਸ਼ਾਇਦ ਨੌਜਵਾਨ ਹੋਣਗੇ। ਇਹ ਗੱਲ ਸੁਣੀ ਸੁਣਾਈ ਹੈ, ਮੇਰੇ ਕੋਲੇ ਤਾਂ ਕੋਈ ਉਹ ਨਹੀਂ ਹੈ ਕਿ ਮੈਂ ਕਿਸੇ ਫੈਕਟ ਦੇ ਆਧਾਰ ਤੇ ਗੱਲ ਕਰ ਰਿਹਾ, ਪਰ ਬਹੁਤ ਸਾਰੇ ਲੋਕ ਜਿਹੜੇ ਵਿਚਰਦੇ ਨੇ ਸੋ ਉਹ ਇਹ ਗੱਲਾਂ ਕਰਦੇ ਨੇ। ਪਰ ਜੇਕਰ ਇਸ ਤਰ੍ਹਾਂ ਦੀਆਂ ਗੱਲਾਂ ਹੋਣਗੀਆਂ ਤਾਂ ਫਿਰ ਪਾਰਟੀ ਦੇ ਵਿੱਚ ਕਿਵੇਂ ਜਿਹੜੀ ਆ ਬਰਕਤ ਪੈਣੀ ਹੈ, ਤਰੱਕੀ ਹੋਣੀ ਹੈ। ਅਸੀਂ ਤਾਂ ਇਹ ਚਾਹੁੰਦੇ ਆ ਕਿ ਆਉਣ ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਿੱਤ ਕੇ ਅੱਗੇ ਆਵੇ, ਲੀਡ ਕਰੇ, ਹਰ ਜ਼ਿਲ੍ਹੇ ਦੇ ਵਿੱਚੋਂ ਉਹਨਾਂ ਦੇ MLA ਹੋਣ, ਸੋ MPs ਹੋਣ। ਮਤਲਬ ਅੱਗੋਂ ਹੁਣ 24 ਦੇ ਵਿੱਚ ਜਿਹੜੀਆਂ ਆ ਰਹੀਆਂ ਨੇ ਚੋਣਾਂ, ਉਹਦੇ ਵਿੱਚ ਵੀ ਵੱਡੇ ਪੱਧਰ ਦੇ ਉੱਤੇ ਤੁਸੀਂ ਅੱਗੇ ਨੂੰ ਜਾਓ। ਪਰ ਜੇਕਰ ਪਾਰਟੀ ਦੇ ਵਿੱਚ ਇਹ ਤਰੁੱਟੀਆਂ ਨੇ, ਇਹ ਕਮੀਆਂ ਨੇ, ਤਾਂ ਕੀ ਇਹਨਾਂ ਨੂੰ ਦੂਰ ਨਹੀਂ ਕਰਨਾ ਚਾਹੀਦਾ? ਕੀ ਪਰਿਵਾਰਵਾਦ ਵਾਲੇ ਪਾਸੇ ਨੂੰ ਤਾਂ ਨਹੀਂ ਵੱਧ ਰਿਹਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ? ਜੇ ਹਾਂ ਤੇ ਬਹੁਤ ਸੋਚਣ ਵਿਚਾਰਨ ਵਾਲੀ ਗੱਲ ਹੈ। ਤੇ ਅੱਜ ਹੀ ਜੇਕਰ ਸੋਚਿਆ ਜਾਵੇ ਤਾਂ ਇਹਦਾ ਕੋਈ ਸਿੱਟਾ ਵਧੀਆ ਕੱਢਿਆ ਜਾ ਸਕਦਾ ਹੈ। ਅਦਰਵਾਈਜ਼ ਫਿਰ ਬਾਦਲ ਪਰਿਵਾਰ ਜਾਂ ਅਕਾਲੀ ਦਲ ਬਾਦਲ ਜਿਵੇਂ ਹੈ ਉਹ ਤਾਂ ਫਿਰ ਹੈ ਹੀ ਹੈ। ਕਿਉਂ ਅੱਜ ਇਹ ਕਹਿਣੀਆਂ ਪੈ ਰਹੀਆਂ ਗੱਲਾਂ? ਕਿਉਂਕਿ ਪੰਥ ਦੇ ਕੋਲ ਆਲਰੇਡੀ ਕਮੀ ਹੈ ਬੁਲਾਰਿਆਂ ਦੀ, ਪੰਥ ਦੇ ਕੋਲ ਆਲਰੇਡੀ ਰਾਜਨੀਤੀ ਦੇ ਵਿੱਚ ਐਕਸਪਰਟ ਲੋਕਾਂ ਦੀ ਕਮੀ ਹੈ। ਤੇ ਅੱਜ ਜਿਹੜੀ ਇੱਕੋ ਇੱਕ ਸਾਡੀ ਪੰਥਕ ਪਾਰਟੀ ਹੈ, ਜੇਕਰ ਉਹਦੇ ਵਿੱਚ ਵੀ ਇਹ ਕਮੀਆਂ ਹੋਣਗੀਆਂ, ਉਹਦੇ ਵਿੱਚ ਵੀ ਕਸ਼ਮਕਸ਼ ਚੱਲਦੀ ਹੋਏਗੀ ਕਿ ਇਹ ਬੰਦਾ ਅੱਗੇ ਨਾ ਆਵੇ, ਇਹ ਬੰਦਾ ਅੱਗੇ ਨਾ ਆਵੇ, 2-3 ਟੀਮਾਂ ਬਣੀਆਂ ਹੋਣਗੀਆਂ ਇੱਕ ਪਾਰਟੀ ਦੇ ਵਿੱਚ, ਤਾਂ ਫਿਰ ਇਹ ਕਿਤੇ ਨਾ ਕਿਤੇ ਸੋਚਣ ਵਾਲੀ ਗੱਲ ਹੈ ਕਿ ਜਿਹੜੀਆਂ ਕੁਰਬਾਨੀਆਂ ਫਿਰ ਉਹ ਸਾਡੀਆਂ ਵਿਅਰਥ ਹੋ ਗਈਆਂ। ਦੀਪ ਸਿੰਘ ਸਿੱਧੂ ਹੋਰਾਂ ਦੀ ਕੁਰਬਾਨੀ ਤੇ ਅਖੀਰਲੇ ਮੂਮੈਂਟ ਦੇ ਉੱਤੇ ਸਿੱਧੂ ਮੂਸੇਵਾਲੇ ਦਾ ਜਸਕਰਨ ਸਿੰਘ ਨਾਲ ਮਿਲਣਾ, ਤੇ ਕਿਤੇ ਨਾ ਕਿਤੇ ਉਹਨਾਂ ਦੀ ਵੀ ਬਾਅਦ ਚ ਮੌਤ ਹੋ ਜਾਣੀ, ਕਤਲ ਹੋ ਜਾਣਾ। ਤੇ ਫਿਰ ਇਹੀ ਪੋਜ਼ਿਟਿਵਿਟੀ, ਇਹੀ ਸਪਿਰਿਟ ਜਿਹੜੀ ਸੀ ਉਹਨਾਂ ਕਤਲਾਂ ਦੀ, ਉਹਨਾਂ ਮੌਤਾਂ ਦੀ ਜਿਹੜੀ ਹੈ ਉਹ ਪਾਰਟੀ ਨੂੰ ਪੀਕ ਦਿੰਦੀ ਹੈ, ਮਤਲਬ ਪੀਕ ਵੱਲ ਜਾਂਦੀ ਹੈ ਪਾਰਟੀ। ਤੇ ਅੱਜ ਜਦੋਂ ਸੁਣਦੇ ਆ ਕਿ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਅਸਤੀਫਾ ਦੇ ਰਹੇ ਨੇ ਤੇ ਅਸਤੀਫਾ ਦੇਣ ਦੇ ਜਿਹੜੇ ਕਾਰਨ ਉਹਨਾਂ ਨੇ ਦੱਸਿਆ ਕਿ ਪਾਰਟੀ ਦੇ ਵਿੱਚ ਉਹਨਾਂ ਨੂੰ ਖੁੱਡੇ ਲਾਉਣ ਦੇ ਲਈ ਬਹੁਤ ਲੰਬੇ ਸਮੇਂ ਤੋਂ ਐਕਟੀਵਿਟੀਜ਼ ਹੋ ਰਹੀਆਂ। ਕੀ ਇਹ ਸਹੀ ਨੇ? ਕੀ ਇਹ ਸਹੀ ਨੇ? ਕਿਉਂ ਪੰਥਕ ਜਸਕਰਨ ਸਿੰਘ ਪੰਥਕ ਨਹੀਂ ਹੈ? ਜੇਕਰ ਉਹਨਾਂ ਦੇ ਵਿੱਚ ਕਮੀਆਂ ਪੇਸ਼ੀਆਂ, ਜੇਕਰ ਉਹਨਾਂ ਦੇ ਵਿੱਚ ਕੋਈ ਗਲਤੀਆਂ ਨੇ ਤਾਂ ਉਹ ਪ੍ਰੂਫ ਦੇ ਤੌਰ ਦੇ ਉੱਤੇ ਬਾਹਰ ਰੱਖੀਆਂ ਜਾਣੀਆਂ ਚਾਹੀਦੀਆਂ। ਅਦਰਵਾਈਜ਼ ਇਸ ਤਰੀਕੇ ਦੇ ਨਾਲ ਵੱਡੇ ਕੱਦਵਾਰ ਲੀਡਰ ਜਿਵੇਂ ਅਕਾਲੀ ਦਲ ਬਾਦਲ ਵੇਰੇ ਢੀਂਡਸਾ ਸਾਹਿਬ, ਬ੍ਰਹਮਪੁਰਾ ਸਾਹਿਬ, ਦੂਸਰੇ ਸਾਹਿਬ, ਤੀਸਰੇ ਸਾਹਿਬ ਹੌਲੀ ਹੌਲੀ ਬਾਹਰ ਕਰਕੇ ਤਾਂ ਮਜੀਠੀਆ ਅਤੇ ਸੁਖਬੀਰ ਨੂੰ ਚਮਕਾਇਆ ਗਿਆ। ਕਿਤੇ ਉਹੀ ਤਾਂ ਨਹੀਂ ਹੋ ਰਿਹਾ? ਇਹ ਕਿਤੇ ਉਹੀ ਤਾਂ ਨਹੀਂ ਹੋ ਰਿਹਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਵਿੱਚ? ਇਹ ਸਵਾਲ ਨੇ। ਜੇਕਰ ਇਸ ਤਰ੍ਹਾਂ ਹੈ ਤਾਂ ਗਲਤ ਹੋ ਰਿਹਾ ਤੇ ਇਹਦੇ ਉੱਤੇ ਤੁਹਾਨੂੰ ਝਾਤੀ ਮਾਰਨੀ ਪਊਗੀ, ਤੁਹਾਨੂੰ ਸੋਚਣਾ ਪਊਗਾ, ਕਿਉਂਕਿ ਨੌਜਵਾਨੀ ਅੱਜ ਸਿਆਣੀ ਹੋ ਚੁੱਕੀ ਹੈ, ਸਿੱਖ ਕੌਮ ਸਿਆਣੀ ਹੋ ਚੁੱਕੀ ਹੈ। ਉਹ ਤੁਹਾਡੇ ਨਾਲ ਤਾਂ ਹੀ ਜੁੜੀ ਹੈ ਜੇਕਰ ਤੁਹਾਡੇ ਵਿੱਚ ਏਕਤਾ ਹੈ। ਜੇਕਰ ਤੁਹਾਡੇ ਵਿੱਚ ਪਾੜ ਦੇ, ਤੁਹਾਡੇ ਵਿੱਚ ਵੱਖ-ਵੱਖ ਟੀਮਾਂ ਬਣੀਆਂ ਹੋਈਆਂ ਤਾਂ ਫਿਰ ਨੌਜਵਾਨੀ ਵੀ ਹੌਲੀ-ਹੌਲੀ ਦੂਰ ਹੋ ਜਾਊਗੀ। ਸੋ ਫਿਰ ਜਿਹੜੇ ਮੁਕਾਮ ਤੇ ਤੁਸੀਂ ਪਹੁੰਚਣਾ ਚਾਹੁੰਦੇ ਹੋ ਜਾਂ ਸਿੱਖ ਕੌਮ ਪਹੁੰਚਣਾ ਚਾਹੁੰਦੀ ਹੈ ਤਾਂ ਫਿਰ ਉਹ ਤਾਂ ਫਿਰ ਦੂਰ ਦੀਆਂ ਗੱਲਾਂ ਹੋਣਗੀਆਂ। ਸੋ ਇਹ ਗੱਲਾਂ ਅੱਜ ਸੋਚਣੀਆਂ ਪੈ ਰਹੀਆਂ। ਥੋੜੀ ਕਰੜੀ ਹੈ ਅੱਜ ਦੀ ਗੱਲਬਾਤ ਤੇ ਮੇਰਾ ਪਰਸਨਲੀ ਬਹੁਤ ਸਾਰੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਨੁਮਾਇੰਦੇ ਨੇ, ਲੀਡਰ ਨੇ, ਉਹਨਾਂ ਦੇ ਨਾਲ ਬਹਿਣਾ ਉੱਠਣਾ ਹੈ, ਗੱਲਬਾਤ ਹੈ। ਪਰ ਜਿਹੜੀ ਸੱਚੀ ਗੱਲ ਕਰਨੀ ਹੈ ਉਹ ਬਹੁਤ ਜ਼ਰੂਰੀ ਹੁੰਦੀ ਹੈ। ਕਿਸੇ ਨੂੰ ਚੰਗੀ ਲੱਗੇ, ਕਿਸੇ ਨੂੰ ਮਾੜੀ ਲੱਗੇ, ਪਰ ਜਿਹੜੀ ਗੱਲ ਹੈ ਉਹ ਹੈ। ਸੋ ਇਹਦੇ ਉੱਤੇ ਅੱਜ ਸਾਨੂੰ ਸੋਚਣਾ ਪਊਗਾ ਕਿ ਵੱਡੇ ਲੀਡਰ ਜਿਹੜੇ ਨੇ ਉਹ ਪਾਰਟੀ ਛੱਡਣ ਲਈ ਤਿਆਰ ਹੋ ਚੁੱਕੇ ਨੇ। ਜਿਵੇਂ ਹੂਬਹੂ ਜਿਵੇਂ ਕਿਸੇ ਵੇਲੇ ਢੀਂਡਸਾ ਹੋਰੀ, ਬ੍ਰਹਮਪੁਰਾ ਹੋਰੀ, ਤਾਂ ਦੂਸਰੇ ਲੀਡਰ ਜਿਹੜੇ ਨੇ ਉਹ ਬਾਹਰ ਜਾਣ ਲੱਗ ਪਏ, ਜਗਮੀਤ ਸਿੰਘ ਬਰਾੜ ਵਰਗੇ। ਸੋ ਕਿਸੇ ਵੇਲੇ ਮਨਪ੍ਰੀਤ ਬਾਦਲ ਹੁੰਦੇ ਸੀ। ਸੋ ਇਹ ਸਾਰਾ ਕੁਝ ਹੈ। ਤੇ ਇਹ ਸਿਰਫ ਮੈਂ ਅਕਾਲੀ ਦਲ ਬਾਦਲ ਦੀ ਉਦਾਹਰਨ ਨਾ ਦਵਾਂ, ਇਹ ਆਮ ਆਦਮੀ ਪਾਰਟੀ ਦੇ ਉੱਤੇ ਵੀ ਟੁੱਕਦੀ ਹੈ ਇਹ ਗੱਲ ਕਿ ਉਹਦੇ ਵਿੱਚ ਵੀ ਇੱਕ ਚਿਹਰੇ ਨੂੰ ਉਭਾਰਨ ਦੇ ਲਈ ਬਹੁਤ ਵੱਡਿਆਂ ਦੀ ਕੁਰਬਾਨੀ ਜਿਹੜੀ ਆ ਉਹ ਦੇ ਦਿੱਤੀ ਗਈ ਸੀ।
ਮਤਲਬ ਤੁਸੀਂ ਜਾਣਦੇ ਹੋਵੋਗੇ ਡਾਕਟਰ ਧਰਮਵੀਰ ਗਾਂਧੀ, ਗੁਰਪ੍ਰੀਤ ਘੁੱਗੀ, ਫੂਲਕਾ ਸਾਹਿਬ, ਉਸ ਤੋਂ ਬਾਅਦ ਜੱਸੀ, ਬਹੁਤ ਸਾਰੇ ਵੱਡੇ ਜਿਹੜੇ ਕਲਾਕਾਰ, ਅਦਾਕਾਰ ਜਾਂ ਫਿਰ ਲੀਡਰ ਜਿਹੜੇ ਸੀ ਉਹ ਬਾਹਰ ਚਲੇ ਗਏ ਆਮ ਆਦਮੀ ਪਾਰਟੀ ਤੋਂ। ਸੋ ਇਹੀ ਗੱਲ ਆ, ਮਤਲਬ ਕਿ ਪਰਿਵਾਰਵਾਦ ਜਿਹੜਾ ਹੈ ਉਹ ਕਿਤੇ ਵੀ ਹਾਵੀ ਨਹੀਂ ਹੋਣਾ ਚਾਹੀਦਾ। ਜਿਹੜਾ ਜਿੰਨੇ ਕਾਬਲੀਅਤ ਰੱਖਦਾ ਹੈ ਉਹਨੂੰ ਉਸ ਹਿਸਾਬ ਦੇ ਨਾਲ ਅਹੁਦਾ ਜਿਹੜਾ ਹੈ ਉਹ ਨਵਾਜ਼ ਦੇਣਾ ਚਾਹੀਦਾ ਹੈ। ਸੋ ਇਹੀ ਅੱਜ ਦੀ ਜਿਹੜੀ ਵਿਚਾਰ ਹੈ ਸਾਡੀ, ਤੇ ਇਹਦੇ ਉੱਤੇ ਸਾਰਿਆਂ ਨੂੰ ਸੋਚਣਾ ਵੀ ਪਊਗਾ। ਸ਼੍ਰੋਮਣੀ ਅਕਾਲੀ ਦਲ ਦੇ ਅੰਮ੍ਰਿਤਸਰ ਦੇ ਜਿਹੜੇ ਸਰਗਰਮ ਮੈਂਬਰ ਨੇ, ਮਾਨ ਸਾਹਿਬ ਨੇ ਖੁਦ, ਸੋ ਬੜੀ ਰਿਸਪੈਕਟ ਹੈ ਉਹਨਾਂ ਦੀ ਦੁਨੀਆ ਦੇ ਵਿੱਚ, ਉਹਨਾਂ ਦੇ ਜਿਹੜੇ ਨਾਲ ਸੰਗੀ ਸਾਥੀ ਨੇ ਬੜੀ ਰਿਸਪੈਕਟ ਹੈ ਉਹਨਾਂ ਦੀ ਵੀ। ਸੋ ਤੁਹਾਨੂੰ ਸਾਰਿਆਂ ਨੂੰ ਇਹ ਸੋਚਣਾ ਚਾਹੀਦਾ ਕਿ ਆਖਰ ਕਾਮਯਾਬੀ ਦੇ ਲਈ ਕਿਹੜੀਆਂ ਚੀਜ਼ਾਂ ਜ਼ਰੂਰੀ ਨੇ, ਤੇ ਹਿੱਤ ਜਿਹੜੇ ਨਿੱਜੀ ਹਿੱਤ, ਪਰਿਵਾਰਵਾਦ, ਇਹ ਪਾਰਟੀ ਦੇ ਵਿੱਚ ਜਦੋਂ ਤੱਕ ਨਹੀਂ ਆਉਂਦਾ ਉਦੋਂ ਤੱਕ ਤਾਂ ਫਿਰ ਗੱਲ ਪੰਥਕ ਜਜ਼ਬੇ ਦੀ ਹੁੰਦੀ ਹੈ। ਅਦਰਵਾਈਜ਼ ਫਿਰ ਪੰਥਕ ਹਿੱਤਾਂ ਦੇ ਵਾਸਤੇ ਤਾਂ ਹੁਣ ਤੱਕ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਦਾਅ ਤੇ ਲਾਉਂਦੇ ਰਹੇ ਨੇ ਪੰਥ ਨੂੰ। ਉਹਦੇ ਵਿੱਚ ਬਲਦੇਵ ਸਿੰਘ ਦਾ ਨਾਮ ਵੀ ਆ ਜਾਂਦਾ ਹੈ, ਮਾਸਟਰ ਤਾਰਾ ਸਿੰਘ ਦਾ ਨਾਮ ਵੀ ਆ ਜਾਂਦਾ ਹੈ, ਪ੍ਰਕਾਸ਼ ਸਿੰਘ ਬਾਦਲ ਦਾ ਨਾਮ ਵੀ ਆ ਜਾਂਦਾ ਹੈ, ਮਨਜੀਤ ਸਿੰਘ ਜੀਕੇ, ਸਿਰਸਾ, ਬਹੁਤ ਲੰਬੀ ਕਤਾਰ ਹੈ ਜਿਨ੍ਹਾਂ ਨੂੰ ਵੀ ਕਹੀ ਜਾਓ। ਸੋ ਤੁਸੀਂ ਉਹਨਾਂ ਦੇ ਵਿੱਚ ਨਾਮ ਲਿਖਾਉਣ ਦੇ ਨਾਲੋਂ ਤੁਹਾਡੀਆਂ ਕੁਰਬਾਨੀਆਂ ਨੇ। ਸੋ ਅੱਜ ਪੰਥਕ ਜਜ਼ਬੇ ਦੀ ਜਿਹੜੀ ਆ ਉਦਾਹਰਨ ਦੇ ਕੇ ਤੇ ਇਹ ਚੀਜ਼ ਜਿਹੜੀ ਹੈ ਤੁਹਾਡੀ ਜਿਹੜੀ ਪਾਰਟੀ ਹੈ ਉਹਨੂੰ ਟੁੱਟਣੋਂ ਬਚਾਓ, ਤਾਂ ਕਿ 24 ਦੇ ਵਿੱਚ ਸਰਗਰਮੀ ਦੇ ਨਾਲ ਤੁਸੀਂ ਅੱਗੇ ਵਧੋ ਤੇ ਪੰਥ ਤੁਹਾਡਾ ਸਾਥ ਦੇਵੇ। ਬਹੁਤ ਧੰਨਵਾਦ, ਚੜ੍ਹਦੀ ਕਲਾ ਦੇ ਵਿੱਚ ਰਹੋ।